ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਪੰਡਾ। ਅਮੁੱਲ ਆਵੇ ਹੈ ਅਮੁੱਲ ਲੈ ਜਾਹੇ, ਅਮੁੱਲ ਪਾਏ ਅਮੁੱਲ ਸਮਾਹੇ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ। ਅਮੁੱਲ ਬਖਸ਼ੀਸ਼ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਬਖਿਆਨ। ਆਖੇ ਬਰਮੇ ਆਖੇ ਆਖੇ ਗੋਪੀ ਤੈ ਗੋਬਿੰਦ। ਆਖੇ ਈਸਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ। ਆਖੇ ਦਾਨਵ ਆਖੇ ਦੇ, ਆਖੇ ਸੁਰ ਨਰ ਮੁਨ ਜਾਨਸੇ। केते आखे हैं आखण पाहे, केते कह कह उठ उठ जाहे। एते कीते होर करे, ता आख न सकै केई के। जे वड पावे ते वड होए, नानक जाने साचा सोए। जे को आखे बोल वेगा, तां लिखिए सिर गवारा गवा। जे को आखे बोल वेगा, तां लिखिए सिर गवारा गवा। आप सारिਆਂ ਨੇ बड़े प्यार ਅਤੇ ਟਿਕਾ ਦੇ ਨਾਲ ਬੈਠ ਕੇ ਜਪਜੀ ਸਾਹਿਬ ਜੀ ਦੀ 26ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। We have just listened to the part of the 26th ਪੌੜੀ of ਜਪਜੀ ਸਾਹਿਬ। ਆਓ ਇਸ ਪੌੜੀ ਨੂੰ ਸਮਝਣ ਦਾ ਯਤਨ ਕਰੀਏ ਕਿ ਗੁਰੂ ਪਾਤਸ਼ਾਹ ਇਸ ਪੌੜੀ ਦੇ ਵਿੱਚ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ। So let us delve into this ਪੌੜੀ to understand what Guru Pasha wanted to explain to us. ਪੌੜੀ ਦੀ ਸ਼ੁਰੂਆਤ ਹੁੰਦੀ ਹੈ, ਪਾਤਸ਼ਾਹ ਕਹਿੰਦੇ ਨੇ ਵੀ ਅਮੁੱਲ ਗੁਣ ਅਮੁੱਲ ਵਪਾਰ। And ਵੇਖੋ when our ਪ੍ਰਚਾਰਕਸ do translation of these ਪੰਕਤੀਆਂ where virtues are being talked about, they will always say, oh, his virtues are so great, meaning God. God's virtues are so grand. God's virtues are priceless. His virtues are priceless. ਹਨਾ ਇਦਾਂ ਹੀ ਕਰਦੇ ਨੇ ਸਾਡੇ ਪ੍ਰਚਾਰਕ, ਜੋ ਗੁਣਾਂ ਦੀ ਗੱਲ ਚੱਲਦੀ ਹੈ ਇਦਾਂ ਹੀ ਅਰਥ ਕਰਦੇ ਨੇ। ਵੇਖੋ ਉਹਦੇ ਗੁਣ ਬੜੇ ਬੇਅੰਤ ਹਨ ਜੀ, ਉਹਦੇ ਗੁਣਾਂ ਦਾ ਤੁਸੀਂ ਮੁੱਲ ਨਹੀਂ ਪਾ ਸਕਦੇ। And our question still remains the same. Who is that he then? Who is that God who Guru Pasha is referring to? ਤੇ ਸਾਡਾ ਸਵਾਲ ਉੱਥੇ ਦਾ ਉੱਥੇ ਖੜਾ ਵੀ ਉਹ ਕੌਣ ਹੈ ਫਿਰ ਕਹਿਣਗੇ ਨਹੀਂ ਜੀ ਦਿੰਦੇ ਉਸੇ ਨੋ ਗੁਰਬਾਣੀ says God is invisible। ਫਿਰ ਕਹਿਣਗੇ ਨਹੀਂ ਜੀ ਗੁਰਬਾਣੀ ਤਾਂ ਕਹਿੰਦੀ ਹੈ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਤੇ ਅੱਛਾ ਜੇ ਗੁਰਬਾਣੀ ਕਹਿੰਦੀ ਹੈ ਕਿ ਉਹ ਰੱਬ ਨਿਰਾਕਾਰ ਹੈ, ਗੁਰਬਾਣੀ says that God is invisible, then where did people see his virtues? ਸਵਾਲ ਉੱਥੇ ਦਾ ਖੜਾ ਸਾਡਾ ਵੀ ਜੇ ਰੱਬ ਨਿਰਾਕਾਰ ਹੈ ਉਹਦੇ ਗੁਣ ਕਿੱਥੋਂ ਦੇਖ ਲਏ ਕਿਸੇ ਨੇ, ਤੇ ਗੁਣ ਕਿੱਥੋਂ ਦਿਖਦੇ ਆ ਸਾਧ ਸੰਗਤ ਜੀ? Where do you see virtues? You see virtues in nature. That is what Guru Pasha did. They looked around their environment and gained wisdom, gained virtues from wherever they were. ਗੁਣ ਕਿੱਥੋਂ ਲਿਆ ਜਾਂਦਾ ਸਾਧ ਸੰਗਤ ਜੀ? ਗੁਣ ਕੁਦਰਤ ਵਿੱਚੋਂ ਲਿਆ ਜਾਂਦਾ ਹੈ।
ਕਿਤੇ ਪਾਸ਼ਾ ਚੰਦਨ ਵੱਲ ਵੇਖ ਕੇ ਉਹਦਾ ਗੁਣ ਬਿਆਨ ਕਰਦੇ ਨੇ ਵੀ ਆਹ ਉਹਦਾ ਗੁਣ ਹੈ, ਇਸ ਗੁਣ ਨੂੰ ਤੂੰ ਜ਼ਿੰਦਗੀ ਵਿੱਚ ਧਾਰਨ ਕਰਨ ਦੀ ਕੋਸ਼ਿਸ਼। ਕਿਤੇ ਪਾਣੀ ਵੱਲ ਵੇਖਦੇ ਨੇ ਵੀ ਆਹ ਗੁਣ ਧਾਰਨ ਕਰ। Somewhere they look at the sandalwood tree, they say bring this virtue into your life. It is very cool, it is very collected, bring that virtue into your life. ਕਿਤੇ ਕੁੱਤੇ ਵੱਲ ਵੇਖਦੇ ਨੇ, ਕਹਿੰਦੇ ਨੇ ਬੜਾ ਵਫਾਦਾਰ ਹੈ, ਵਫਾਦਾਰੀ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ। They look at a dog and they see how loyal that dog is, they say go bring that virtue into your life. ਇਸ ਕਰਕੇ ਕਿਸੇ ਨੇ ਰੱਬ ਨੂੰ ਵੇਖਿਆ ਹੀ ਨਹੀਂ। ਗੁਰਬਾਣੀ ਮੰਨਦੀ ਆ ਕਿ ਬਲਹਾਰੀ ਕੁਦਰਤ ਵਸਿਆ, ਕੋਈ ਰੱਬ ਨਹੀਂ ਸੱਤਵੇਂ ਅਸਮਾਨ ਤੇ ਬੈਠਾ, ਕੋਈ ਰੱਬ ਨਹੀਂ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਇੱਕ ਹੈ, ਉਹ ਸਰਬ ਵਿਆਪਕ ਹੈ। ਨਹੀਂ, ਜਿਹੜੀ ਚੀਜ਼ ਸਰਬ ਵਿਆਪਕ ਹੈ ਨਾ, ਉਹ ਇੱਕ ਕਦੇ ਨਹੀਂ ਹੋ ਸਕਦੀ। The thing that is all pervading can never be shaken down to become one entity. No, the only thing that is self-pervading, the only thing that is all-pervading is that one system of nature. ਇੱਕੋ ਹੀ ਚੀਜ਼ ਹੈ ਜਿਹੜੀ ਸਰਬ ਵਿਆਪਕ ਹੋ ਸਕਦੀ ਹੈ। ਉਹਦੇ ਬਾਰੇ ਜਦੋਂ ਪਾਤਸ਼ਾਹ ਕਹਿੰਦੇ ਨੇ ਵੀ ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ, ਉਹ ਇੱਕੋ ਜਿਹਾ ਵਿਧਾਨ ਹੀ ਸਰਬ ਵਿਆਪਕ ਹੋ ਸਕਦਾ। ਇੱਕੋ ਜਿਹੇ ਵਿਧਾਨ ਵੱਲ ਵੇਖ ਕੇ ਗੁਰੂ ਪਾਤਸ਼ਾਹ ਨੇ ਕਿਹਾ ਵੀ ਇਹਦੇ ਗੁਣ ਬੜੇ ਬੇਅੰਤ ਹਨ, ਇਹਦਿਆਂ ਗੁਣਾਂ ਦਾ ਤੁਸੀਂ ਮੁੱਲ ਨਹੀਂ ਪਾ ਸਕਦੇ। ਸੋ ਸਾਨੂੰ ਕੀ ਕਰਨਾ ਚਾਹੀਦਾ ਹੈ? What should we do? We should bring virtues into our life wherever we can gain them from. ਅਮੁੱਲ ਗੁਣ, ਅਮੁੱਲ ਵਪਾਰ, ਕਹਿੰਦੇ ਨੇ ਜਿਹੜਾ ਉਹ ਨਿਜਮ ਸਾਰੇ ਕੁਛ ਨੂੰ ਚਲਾ ਰਿਹਾ ਹੈ ਨਾ, ਜਿਹਨੂੰ ਮੈਂ ਰੱਬ ਮੰਨਦਾ, ਪਾਤਸ਼ਾਹ ਕਹਿੰਦੇ ਨੇ ਉਹਦਾ ਵਪਾਰ ਵੀ ਬੜਾ ਅਮੁੱਲ ਹੈ। ਉਸ ਨਿਜਮ ਦਾ ਤੁਸੀਂ ਮੁੱਲ ਨਹੀਂ ਪਾ ਸਕਦੇ। You cannot put a price on that system of nature, on that God that Guru Nanak Pasha refers to as ਇੱਕ ਓਂਕਾਰ। ਉਹਦਾ ਤੁਸੀਂ ਅੰਤ ਨਹੀਂ ਪਾ ਸਕਦੇ। If someone was to say, if someone is laying on a ventilator, they will pay whatever they can, even if that person is 90 years old. A lot of the time they will say, we will pay whatever you want, doctor. Just allow us to breathe that air on our own one time. Meaning that it's priceless. You cannot put a price on it. ਜੇ ਕੋਈ ਬੰਦਾ ਨਾ ਬੈੱਡ ਤੇ ਪਿਆ ਹੋਵੇ ਇਦਾਂ ਹਸਪਤਾਲ ਦੇ ਵਿੱਚ, ਭਾਵੇਂ 90 ਸਾਲਾਂ ਦਾ ਕਿਉਂ ਨਾ ਹੋਵੇ, ਉਹਦੀ ਇੱਛਾ ਇਹ ਹੁੰਦੀ ਹੈ ਕਿ ਇੱਕ ਵਾਰ ਡਾਕਟਰ ਸਾਹਿਬ ਜਿੰਨੇ ਮਰਜ਼ੀ ਪੈਸੇ ਲਓ ਤੁਸੀਂ, ਇੱਕ ਵਾਰ ਮੈਨੂੰ ਉਹ ਹਵਾ ਦਾ ਐਕਸਪੀਰੀਅੰਸ ਫੀਲ ਕਰ ਲੈਣ ਦੇ। ਇੱਕ ਵਾਰੀ ਮੈਂ ਆਪਣੇ ਆਪ ਸਾਹ ਲੈਣਾ ਚਾਹੁੰਦਾ, ਮੈਂ ਜੋ ਮਰਜ਼ੀ ਪੈਸੇ ਦੇਣ ਲਈ ਤਿਆਰ ਹਾਂ, ਮੈਨੂੰ ਇੱਕ ਵਾਰ ਉਹ ਸਾਹ ਦਵਾ ਦੇ। ਪਰ ਡਾਕਟਰ ਕਈ ਵਾਰ ਕਹਿੰਦਾ ਨਹੀਂ ਜੀ ਹੁਣ ਤੁਹਾਡਾ ਟਾਈਮ ਹੋ ਗਿਆ। Sometimes the doctor says no, your time is up, but still to their last breath human beings will fight for what will we fight for? We will fight for experiencing life, meaning that it's priceless. Enjoy it while you can. ਪਾਤਸ਼ਾਹ ਕਹਿੰਦੇ ਨੇ ਯਾਰ ਇਹ ਸਾਰਾ ਕੁਝ ਜਿਹੜਾ ਹੈ ਇਹਦਾ ਮੁੱਲ ਤੁਸੀਂ ਨਹੀਂ ਪਾ ਸਕਦੇ। ਕਿਤੇ ਹਵਾ ਦਾ ਮੁੱਲ ਦੇਖਿਆ ਤੁਸੀਂ ਪੈਂਦਾ, ਕਿਤੇ ਪਾਣੀ ਦਾ ਮੁੱਲ ਦੇਖਿਆ ਤੁਸੀਂ ਪੈਂਦਾ। ਅਸੀਂ ਪਾਣੀ ਦਾ ਮੁੱਲ ਪਾ ਲਿਆ because we have put a price on certain things because we think that they are limitless. ਹੁਣ ਕਰੋਨਾ ਵਾਇਰਸ ਜਦੋਂ ਚੱਲ ਰਿਹਾ ਸੀ, ਜਦੋਂ ਪੀਕ ਤੇ ਚੱਲ ਰਿਹਾ ਸੀ, when it was the peak of the coronavirus, didn't you see people fighting at the grocery store for water? Meaning it's priceless. ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀ ਹੈ। And the people that connect themselves to that wisdom, they become priceless as well. ਤੇ ਜਿਹੜੇ ਹਨਾ ਇਨਸਾਨ ਉਹਨਾਂ ਨਿਜਮਾਂ ਦੇ ਨਾਲ ਆਪਣਾ ਸਾਂਝ ਪਾ ਲੈਂਦੇ ਹਨ, ਜਿਹੜੇ ਗੁਣਾਂ ਦੇ ਨਾਲ ਜੁੜ ਜਾਂਦੇ ਹਨ ਹਨਾ, ਪਾਤਸ਼ਾਹ ਕਹਿੰਦੇ ਨੇ ਉਹ ਵੀ ਉਹਨਾਂ ਦਾ ਵੀ ਤੁਸੀਂ ਮੁੱਲ ਨਹੀਂ ਪਾ ਸਕਦੇ। ਅਮੁੱਲ ਵਪਾਰੀਏ, ਅਮੁੱਲ ਭੰਡਾਰ। And the treasure chest that becomes to be abundant within them, that is priceless as well. ਤੇ ਕਹਿੰਦੇ ਨੇ ਜਿਹੜਾ ਗੁਣਾਂ ਦਾ ਖਜ਼ਾਨਾ ਉਹਨਾਂ ਇਨਸਾਨਾਂ ਦੇ ਅੰਦਰ ਹੈ ਹਨਾ, ਉਹ ਵੀ ਅਮੁੱਲ ਹੈ, ਉਹਦਾ ਤੁਸੀਂ ਮੁੱਲ ਨਹੀਂ ਪਾ ਸਕਦੇ। ਅਮੁੱਲ ਆਵਹਿ, ਅਮੁੱਲ ਲੈ ਜਾਹੇ। And the ones that understand their purpose in life is to make society around them a better place. Pasha says those people are rare in this world. Those people, their lives are priceless. Their experiences are priceless. Their dealings are priceless. That is why we remember those great figures in history today. Pasha ਕਹਿੰਦੇ ਨੇ ਜਿਹੜਾ
ਇੱਥੇ ਆਣ ਕੇ ਦਾ ਭਾਵ ਬੱਚੇ ਦਾ ਜਨਮ ਹੁੰਦਾ, ਮਾਤਾ ਪਿਤਾ ਦਾ ਮੇਲ ਹੁੰਦਾ ਹੈ, ਬੱਚਾ ਜਨਮ ਲੈਂਦਾ ਹੈ ਉਸ ਕਿਰਿਆ ਵਿੱਚੋਂ। ਨਾ ਕਿਸੇ ਨੇ ਉਹਨੂੰ ਘੱਲਿਆ, ਨਾ ਕਿਸੇ ਨੇ ਉਹਨੂੰ ਸੱਦਣਾ ਹੈ ਵਾਪਸ, ਯਾਨੀ ਕਿ ਸਾਰਾ ਕੁਝ ਨਿਯਮਾਂ ਦੇ ਮੁਤਾਬਕ ਚੱਲ ਰਿਹਾ ਹੈ। ਪਰ ਪਾਤਸ਼ਾਹ ਕਹਿੰਦੇ ਨੇ ਜਦੋਂ ਬੰਦਾ ਇੱਥੇ ਆਣ ਕੇ ਜ਼ਿੰਦਗੀ ਦਾ ਮਕਸਦ ਸਮਝ ਲਵੇ ਵੀ ਮੇਰਾ ਮਕਸਦ ਇਹ ਹੈ ਕਿ ਮੈਂ ਸਮਾਜ ਨੂੰ ਸੋਹਣਾ ਬਣਾਉਣਾ ਚਾਹੁੰਦਾ ਹਾਂ, ਪਾਤਸ਼ਾਹ ਕਹਿੰਦੇ ਨੇ ਜਿਹੜਾ ਇਨਸਾਨ ਸਮਾਜ ਨੂੰ ਸੋਹਣਾ ਬਣਾਉਂਦਾ ਹੈ ਨਾ, ਉਹਦੀ ਫਿਰ ਜ਼ਿੰਦਗੀ ਅਮੋਲਕ ਬਣ ਜਾਂਦੀ ਹੈ। ਤਾਂ ਹੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਧਰਮ means righteousness. Dharam means the truth. Those people that gave their lives for the truth, that did not compromise with their values. ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਧਰਮ ਤੋਂ ਭਾਵ ਜਿਨ੍ਹਾਂ ਨੇ ਸੱਚ ਦੀ ਖਾਤਰ ਆਪਣੀਆਂ ਜਾਨਾਂ ਵੀ ਕੁਰਬਾਨ ਕਰ ਦਿੱਤੀਆਂ, ਉਹਨਾਂ ਨੂੰ ਅਸੀਂ ਤਾਂ ਯਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਜ਼ਿੰਦਗੀ ਦਾ ਮਕਸਦ ਸਮਝ ਲਿਆ ਸੀ। ਅਮੁੱਲ ਆਵੇ ਹੈ ਅਮੁੱਲ ਲੈ ਜਾਹੇ, ਅਮੁੱਲ ਭਾਏ। Amullas, the people that find that love for the truth, that make it their mission to live their life according to the truth, that make it their mission to walk on the path of the truth, Pasha says their lives become priceless. Their mission statement becomes priceless. Their love for the truth is priceless. Pasha ਕਹਿੰਦੇ ਨੇ ਜਿਹੜਾ ਇਨਸਾਨ ਸੱਚ ਦੇ ਮਾਰਗ ਤੇ ਚੱਲਦਾ ਹੈ ਨਾ, ਕਿ ਜੋ ਮਰਜ਼ੀ ਹੋਵੇ ਜ਼ਿੰਦਗੀ ਦੇ ਵਿੱਚ, ਮੈਨੂੰ ਸੱਚ ਪਤਾ ਹੈ, ਮੈਂ ਸੱਚ ਸਾਂਝਾ ਕਰਨਾ ਹੁਣ ਦੁਨੀਆ ਦੇ ਨਾਲ, ਭਾਵੇਂ ਨੀਹਾਂ ਦੇ ਵਿੱਚ ਚਿਣ ਲਓ, ਭਾਵੇਂ ਤਵੀਆਂ ਤੇ ਬਿਠਾ ਲਓ, ਭਾਵੇਂ ਆਨੰਦਪੁਰ ਉਜਾੜ ਦੋ, ਕੋਈ ਪਰਵਾਹ ਨਹੀਂ ਹੁਣ। ਕਹਿੰਦੇ ਨੇ ਉਹਨਾਂ ਦਾ ਪਿਆਰ ਵੀ ਬੜਾ ਅਮੋਲਕ ਹੈ। ਉਹਨਾਂ ਦਾ ਇੱਕ ਇੱਕ ਕਦਮ ਉਸ ਸੱਚ ਦੇ ਮਾਰਗ ਦੇ ਉੱਤੇ ਜਦੋਂ ਉਹ ਧਰਦੇ ਹਨ, ਫਿਰ ਪਤਾ ਲੱਗਦਾ ਹੈ। ਐਵੇਂ ਥੋੜੇ ਲੋਕਾਂ ਨੇ ਕਿਹਾ ਸੀ ਕਿ ਗੁਰੂ ਪਾਤਸ਼ਾਹ ਦੇ ਚਿਹਰੇ ਤੇ ਨੂਰ ਸੀ ਵੱਖਰਾ। Amulla Samahe, and they absorb themselves into that truth, meaning they make it their life's goal. Whatever happens in my life, if I have to stand in the bricks of Sarhand, I do not care. If I have to leave Anandapur, I do not care. If I have to sit on the Tatti Tavi, I do not care. I know the truth. It is my life goal to share it with the Sangat, to share it with the world. Amul Dharam. Amul Diban, and the one who walks on the path of the righteousness. ਕਹਿੰਦੇ ਨੇ ਜਿਹੜਾ ਅਸਲੀ ਧਰਮ ਹੈ ਹਨਾ, ਜਿਹੜਾ ਧਰਮ ਤੁਹਾਨੂੰ, the path of righteousness that teaches you how to live life in society, the path of righteousness that teaches you how to become a better human being. We have our different, when we hear the word dharam, we have different interpretations of dharam. A lot of the time we say, oh, dharam means we have to have strict rules. Dharam means we have to follow this. Dharam means we have to eat food out of our own plates. We think, we hear the word dharam, we hear the word religion, and we synonymously associate it with hardship. We have to make our life hard. That is how we will be seen as religious in this world. ਸਾਡਾ ਦਿਮਾਗ ਇਦਾਂ ਘੜਿਆ ਗਿਆ ਪੁਜਾਰੀ ਵੱਲੋਂ ਕਿ ਜਦੋਂ ਧਰਮ ਦਾ ਅਸੀਂ ਨਾਮ ਸੁਣਦੇ ਹਾਂ ਨਾ, ਸਾਡੇ ਮਨ ਵਿੱਚ ਇਹ ਖਿਆਲ ਆ ਜਾਂਦਾ ਹੈ ਕਿ ਆਹ ਬੰਦਾ ਧਰਮੀ ਹੈ, ਇਹਦਾ ਮਤਲਬ ਇਹ ਹੈ ਕਿ ਇਹਨੇ ਜ਼ਿੰਦਗੀ ਔਖੀ ਬਣਾਈ ਹੈ ਆਪਣੇ ਆਪ ਲਈ। ਮੈਂ ਧਰਮੀ ਹਾਂ, ਮੈਂ ਭਾਂਡਿਆਂ ਦੇ ਆਪਣੇ ਭਾਂਡੇ ਨਾਲ ਲੈ ਕੇ ਮੈਂ ਇਹਨਾਂ ਭਾਂਡਿਆਂ ਦੇ ਵਿੱਚੋਂ ਰੋਟੀ ਖਾਵਾਂਗਾ, ਮੈਂ ਜੀ ਬੜਾ ਧਰਮੀ ਜੀ। ਨਹੀਂ, ਅਸਲ ਦੇ ਵਿੱਚ ਧਰਮ ਦਾ ਅਰਥ ਹੀ ਇਹੀ ਸੀ ਵੀ ਇੱਕੋ ਧਰਮ ਦ੍ਰਿੜ੍ਹ ਸੱਚ ਕੋਈ। ਬੜਾ ਸਿੰਪਲ ਸੀ, ਬੜਾ ਸੌਖਾ ਸੀ। ਇਹਦਾ ਲੁੱਟ ਲਿਆ ਸਾਨੂੰ ਸਾਡੇ ਪੁਜਾਰੀ ਢਾਂਚੇ ਨੇ, ਸਾਨੂੰ ਗੁੰਮਰਾਹ ਕੀਤਾ। ਕਿਸੇ ਨੇ ਵੱਖਰੀ ਮਰਿਆਦਾ ਚਲਾਤੀ, ਕਿਸੇ ਨੇ ਕਿਹਾ ਵੀ ਆਹ ਤੁਸੀਂ ਕਰਨਾ ਹੈ ਜੀ, ਆਹ ਤੁਸੀਂ ਨਹੀਂ ਕਰਨਾ। ਜਿਹੜੀਆਂ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਕਸਵੱਟੀ ਤੇ ਖਰੀਆਂ ਨਹੀਂ ਉਤਰਦੀਆਂ, the things that do not even make sense according to Guru Granth Sahib Pasha, people have associated that with maryada, people have associated those things with dharam. ਜਿਹੜੀਆਂ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਤੇ ਕਸਵੱਟੀ ਤੇ ਖਰੀਆਂ ਨਹੀਂ ਉਤਰਦੀਆਂ,
ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਗੱਜ ਸਾਢੇ ਤੈਂ ਤੈਂ ਧੋਤੀਆਂ ਤੇਰੇ ਪਾਇਨ ਤੱਗ ਗਲੀ ਜਿਨਾ ਜਪ ਮਾਲੀਆਂ ਲੂਟੇ ਹੱਥ ਨੇ ਬਾਗੋਏ ਹਰ ਕੇ ਸੰਤਨਾ ਆਖੀਆਂ ਬਾਨਾਰਸ ਕੇ ਠੱਗ। ਇਹੋ ਜੀਆਂ ਮਰਿਆਦਾਵਾਂ ਸਾਡੇ ਸਮਾਜ ਦੇ ਵਿੱਚ ਖਿਲਾਰ ਦਿੱਤੀਆਂ ਜਿਹੜੀਆਂ ਸਾਨੂੰ ਅਸਲੀ ਧਰਮ ਤੋਂ ਕੋਹਾਂ ਦੂਰ ਲਿਜਾਂਦੀਆਂ ਸਨ। ਪਰ ਕਿਸੇ ਨੇ ਸਵਾਲ ਨਹੀਂ ਉਠਾਇਆ, ਕਿਸੇ ਨੇ ਸਮਝ ਹੀ ਨਹੀਂ ਹਾਸਲ ਕੀਤੀ ਤਾਂ ਜਿਨ੍ਹਾਂ ਨੇ ਕੀਤੀ ਸੀ ਉਹਨਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। ਪਾਤਸ਼ਾਹ ਕਹਿੰਦੇ ਨੇ ਅਮੁੱਲ ਧਰਮ ਅਮੁੱਲ ਦੀ ਬਾਣ। Now when we hear the word dharm, we automatically associate that with strict rules. The person that makes life hard on himself, on herself, she is the one who can become dharmi. He is the one who can become dharmi. ਜਦੋਂ ਬੰਦਾ ਇਹਦਾ ਧਰਮ ਦਾ ਨਾਮ ਸੁਣਦਾ ਹੈ ਨਾ, ਸਾਡੇ ਦਿਮਾਗ ਦੇ ਵਿੱਚ ਪੁਜਾਰੀ ਵੱਲੋਂ ਇਹ ਗੱਲ ਫਿੱਟ ਕੀਤੀ ਗਈ ਕਿ ਧਰਮ ਦੇ ਅਰਥ ਇਹੀ ਹਨ ਵੀ ਜਿਹੜਾ ਬੰਦਾ ਜ਼ਿੰਦਗੀ ਨੂੰ ਔਖਾ ਬਣਾਉਂਦਾ ਹੈ ਉਹੀ ਧਰਮੀ ਹੋ ਸਕਦਾ ਜੀ। The ones that carry their own dishes around with them and eat out only out of their own dishes, they are the ones who can be dharmi. They are the ones who can be religious. ਜਿਹੜਾ ਆਪਣੇ ਭਾਂਡੇ ਆਪਣੇ ਕੋਲ ਰੱਖਦਾ ਹੈ ਉਹਨਾਂ ਭਾਂਡਿਆਂ ਦੇ ਵਿੱਚ ਖਾਂਦਾ ਉਹੀ ਧਰਮੀ ਹੋ ਸਕਦਾ ਸ਼ਾਇਦ। ਜਿਹੜਾ ਚੋਲਾ ਪਾ ਕੇ ਰੱਖਦਾ ਉਹੀ ਧਰਮੀ ਹੋ ਸਕਦਾ ਸ਼ਾਇਦ। The one who has a chola can become religious. But no, ਧਰਮ means something totally different in Gurbani. ਧਰਮ means the truth. ਧਰਮ means the path of righteousness. ਗੁਰਬਾਣੀ ਦੇ ਵਿੱਚ ਤਾਂ ਧਰਮ ਦੇ ਅਰਥ ਬਹੁਤ ਵਿਲੱਖਣ ਹਨ। ਇੱਕ ਉਹ ਧਰਮ ਦ੍ਰਿੜ ਹੈ ਸੱਚ ਕੋਈ, ਜਿਹੜਾ ਸੱਚ ਦੇ ਨਾਲ ਜੁੜ ਜਾਵੇ ਨਾ ਉਹ ਧਰਮੀ ਹੈ। ਤੇ ਪਾਤਸ਼ਾਹ ਕਹਿੰਦੇ ਨਾ ਉਹਦੀ ਜ਼ਿੰਦਗੀ ਦਾ ਸਟਾਈਲ ਅਮੋਲਕ ਬਣ ਜਾਂਦਾ ਹੈ ਜਿਹੜਾ ਸੱਚ ਦੇ ਨਾਲ ਜੁੜ ਜਾਵੇ। His lifestyle becomes unique. You cannot put a price on the way he lives his life, the one that associates himself with the truth, the one that walks on the path of the truth. Amul di baan and the court that is within him. Like we say, oh, darbar, God's court is after you die. Pasha says the court is within you. God lives within you. That court is inside of you. That voice of reason is inside of you. That voice of consciousness is inside of you. That person that connects himself to the truth, his voice of consciousness, his voice of reason becomes priceless as well, because that voice will never lead him astray. ਤੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਦਰਬਾਰ ਤੇਰੇ ਅੰਦਰ ਲੱਗਦਾ ਹੈ ਨਾ, ਕਿਉਂਕਿ ਰੱਬ ਤੇਰੇ ਵਿੱਚ ਹੈ, ਉਹਦਾ ਦਰਬਾਰ ਵੀ ਤੇਰੇ ਵਿੱਚ ਹੀ ਹੈ। ਤੇ ਜਿਹੜਾ ਸੱਚ ਦੇ ਨਾਲ ਜੁੜ ਜਾਵੇ ਨਾ, ਉਹ ਦਰਬਾਰ ਦੇ ਵਿੱਚੋਂ ਫਿਰ ਆਵਾਜ਼ ਆਉਂਦੀ ਹੈ, ਉਹਦੀ ਜ਼ਮੀਰ ਫਿਰ ਆਵਾਜ਼ਾਂ ਮਾਰ ਮਾਰ ਉਹਨੂੰ ਕਹਿੰਦੀ ਹੈ ਕਿ ਆਹ ਕੰਮ ਤੂੰ ਕਰਨਾ ਹੈ ਤੇ ਆਹ ਕੰਮ ਤੂੰ ਨਹੀਂ ਕਰਨਾ। ਉਹ ਦਰਬਾਰ ਵੀ ਅਮੋਲਕ ਬਣ ਜਾਂਦਾ ਹੈ। ਕਿਉਂ? ਕਿਉਂਕਿ ਉਹ ਸੱਚ ਦੇ ਨਾਲ ਜੁੜਿਆ ਹੋਇਆ ਦਰਬਾਰ ਹੈ, ਉਹ ਸੱਚ ਦੇ ਨਾਲ ਜੁੜੀ ਹੋਈ ਜ਼ਮੀਰ ਹੈ। ਅਮੁੱਲ ਤੁਲ ਅਮੁੱਲ ਪ੍ਰਵਾਨ, that weight that your actions will be weighed upon, that scale becomes priceless as well. Why? Because your actions become connected with the truth. Your actions become connected with the path of righteousness. Meaning that when you go to bed at night, when you weigh your actions on that scale that is within you, you will say that I did the best I could today. Tomorrow I will try to improve. ਕਿਉਂਕਿ ਉਹ ਤਕੜੀ ਵੀ ਫਿਰ ਅਮੋਲਕ ਹੈ, ਉਹ ਵੱਟੇ ਵੀ ਫਿਰ ਅਮੋਲਕ ਹਨ ਜਿਹਦੇ ਉੱਤੇ ਤੁਹਾਡੇ ਕਰਮ ਤੋਲੇ ਜਾਣਗੇ। ਤੇ ਉਹ ਤਕੜੀ ਕਿੱਥੇ ਹੈ ਜੀ? ਉਹ ਤੇਰੇ ਵਿੱਚ ਹੀ ਹੈ। ਜਦੋਂ ਤੂੰ ਬੈੱਡ ਦੇ ਉੱਤੇ ਲੰਮਾ ਪਿਆ ਹੈ ਰਾਤ ਨੂੰ, ਜਦੋਂ ਤੂੰ ਦਿਨ ਬਾਰੇ ਸੋਚਦਾ ਹੈ ਨਾ, ਫਿਰ ਜੇ ਤੂੰ ਧਰਮ ਦੇ ਨਾਲ ਆਪਣੇ ਆਪ ਨੂੰ ਜੋੜਦਾ, ਜੇ ਤੂੰ ਸੱਚ ਦੇ ਮਾਰਗ ਦੇ ਉੱਤੇ ਤੁਰਦਾ ਹਾਂ, ਫਿਰ ਰਾਤ ਨੂੰ ਜਦੋਂ ਤੂੰ ਆਪਣੇ ਆਪ ਦੇ ਨਾਲ ਗੱਲਾਂ ਬਾਤਾਂ ਕਰੇਂਗਾ, ਜਦੋਂ ਤੂੰ ਆਪਣੇ ਕਰਮਾਂ ਨੂੰ ਉਸ ਤਕੜੀ ਦੇ ਉੱਤੇ ਤੋਲੇਂਗਾ ਨਾ, ਫਿਰ ਤੂੰ ਕਹੇਂਗਾ ਕਿ ਯਾਰ ਜੋ ਮੈਂ ਕਰ ਸਕਦਾ ਸੀ ਹਨਾ, ਮੈਂ ਅੱਜ ਚੰਗਾ ਕਰਕੇ ਕੀਤਾ, ਕੱਲ ਨੂੰ ਮੈਂ ਇੰਪਰੂਵ ਕਰਾਂਗਾ। ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ਼, that self-confidence that one lives with when he connects himself with the truth, that is priceless. Amul nishan, the way he carries himself is priceless. The way she carries himself is priceless.
the way he sits on the tatti tavi and is smiling, the way he is sleeping on the thorns of Machiwade and laughing, that pleasure, that satisfaction is priceless, because you know that you did not compromise what you believe in. ਬਖਸ਼ਿਸ਼ ਅਸੀਂ ਬਹੁਤ ਕਹਾਣੀਆਂ ਜੋੜਦੇ, ਫਲਾਣੇ ਤੇ ਬੜੀ ਬਖਸ਼ਿਸ਼ ਜੀ, ਫਲਾਣਾ ਆ ਕਰਦਾ ਜੀ, ਉਹ ਕਰਦਾ ਜੀ, ਉਹਨੂੰ ਬਖਸ਼ਿਸ਼ ਹੈ। ਨਹੀਂ, ਬਖਸ਼ਿਸ਼ ਤੋਂ ਭਾਵ ਸਵੈਮਾਨ। ਜਿਹੜਾ ਬੰਦਾ ਸੱਚ ਦੇ ਨਾਲ ਜੁੜ ਜਾਵੇ ਨਾ, ਜਿਹੜੇ ਸਵੈਮਾਨ ਦੇ ਨਾਲ ਜੁੰਦਾ ਹੈ ਨਾ, ਉਹ ਵੱਖਰਾ ਹੈ। ਨਿਸ਼ਾਨ, ਅਮੁੱਲ ਨਿਸ਼ਾਨ। ਨਿਸ਼ਾਨ ਤੋਂ ਭਾਵ ਉਹਦਾ ਚਿਹਰਾ ਫਿਰ ਸਾਰੀ ਕਹਾਣੀ ਦੱਸ ਦਿੰਦਾ ਹੈ। ਉਹ ਤਵੀ ਤੇ ਵੀ ਬੈਠਾ ਡੋਲਦਾ ਨਹੀਂ, ਉਹ ਕੰਡਿਆਂ ਤੇ ਵੀ ਪਿਆ ਹੋਇਆ ਹੱਸਦਾ ਹੈ ਯਾਰ, ਕਿਉਂਕਿ ਉਹਨੂੰ ਪਤਾ ਹੈ ਮੈਂ ਤਾਂ ਸਾਰਾ ਕੁਝ ਸੱਚ ਦੇ ਖਾਤਰ ਕੀਤਾ, ਮੈਂ ਸਾਰਾ ਕੁਝ ਸੱਚ ਉੱਤੋਂ ਕੁਰਬਾਨ ਕੀਤਾ ਹੈ। ਮੈਨੂੰ ਪਤਾ ਹੈ ਕਿ ਮੈਂ ਆਪਣੇ ਆਪ ਦੇ ਵਿੱਚ ਕੰਪਲੀਟ ਹਾਂ। ਅਮੁੱਲ ਬਖਸ਼ੀਸ਼, ਅਮੁੱਲ ਨਿਸ਼ਾਨ, ਅਮੁੱਲ ਕਰਮ, ਅਮੁੱਲ ਫਰਮਾਨ। Then his actions become unique. That voice of reason inside of him, it tells him that do not follow that person. You do not need to go anywhere. You need to come back home, meaning you need to contemplate within yourself what is right and what is wrong. ਉਹਦਾ ਕਰਮ ਵੀ ਅਮੋਲਕ ਬਣ ਜਾਂਦਾ ਹੈ। ਅਮੁੱਲ ਫਰਮਾਨ, ਜਿਹੜੀ ਆਵਾਜ਼ ਉਹਨੂੰ ਅੰਦਰੋਂ ਆਵਾਜ਼ਾਂ ਮਾਰਦੀ ਨਾ, ਜਿਹੜੀ ਕਹਿੰਦੀ ਹੈ ਕਿਸੇ ਦੇ ਕੋਲ ਜਾਣ ਦੀ ਕੋਈ ਲੋੜ ਨਹੀਂ, ਤੈਨੂੰ ਪਤਾ ਸੱਚ ਕੀ ਆ, ਝੂਠ ਕੀ ਆ, ਤੈਨੂੰ ਸੱਚ ਪਤਾ ਲੱਗ ਗਿਆ, ਕਿਸੇ ਕੋਲੋਂ ਡਰ ਨਾ, ਹੁਣ ਸੱਚ ਬੋਲ ਕੇ ਵਿਖਾ। ਅਮੁੱਲ ਕਰਮ, ਅਮੁੱਲ ਫਰਮਾਨ। Then Pasha says, ਵੀ ਅਮੁੱਲੋ ਅਮੁੱਲ ਆਖਿਆ ਨਾ ਜਾਏ। The way one lives his life when he is connected with the truth, lifestyle cannot be explained, it can only be experienced. ਜਦੋਂ ਬੰਦਾ ਸੱਚ ਦੇ ਨਾਲ ਜੁੜ ਜਾਵੇ ਨਾ, ਜਿੱਦਾਂ ਉਹ ਜੀ ਕੇ ਵਿਖਾਉਂਦਾ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਹਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ। ਆਖ ਆਖ ਰਹੇ live life. There have been plenty of people who have tried to talk about that satisfaction. They have talked about those feelings. ਕਹਿੰਦੇ ਨੇ ਬੜੇ ਆਏ ਨੇ, ਬੜੇ ਗਏ ਨੇ, ਜਿਨ੍ਹਾਂ ਨੇ ਗੱਲਾਂ ਹੀ ਕੀਤੀਆਂ, ਜਿਨ੍ਹਾਂ ਨੇ ਸੱਚ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗੱਲਾਂ ਨਾਲ, ਕੰਮਾਂ ਨਾਲ ਨਹੀਂ, ਜਿਨ੍ਹਾਂ ਨੇ ਕੇਵਲ ਗੱਲਾਂ ਕੀਤੀਆਂ ਵੀ ਆ ਜੇ ਇੱਦਾਂ ਜ਼ਿੰਦਗੀ ਜੋ ਸਕਦੇ ਹੋ ਤੁਸੀਂ, ਇੱਦਾਂ ਰਿਹਾ ਜਾ ਸਕਦਾ ਜੀ, ਆਹ ਹੋ ਸਕਦਾ, ਉਹ ਹੋ ਸਕਦਾ। ਕਹਿੰਦੇ ਨੇ ਆਖ ਆਖ ਰਹੇ ਲਿਵ ਲਾਏ, ਆਖੇ ਹੈ ਵੇਦ ਪਾਠ ਪੁਰਾਣ। ਕਹਿੰਦੇ ਧਾਰਮਿਕ ਗ੍ਰੰਥਾਂ ਵੱਲ ਵੇਖ ਲਓ, ਭਰੇ ਪਏ ਆ ਇੱਦਾਂ ਗੱਲਾਂ ਦੇ ਨਾਲ। Religious texts are filled with mere words. It is all about implementation. ਕਹਿੰਦੇ ਨੇ ਪੜ੍ਹਨ ਨਾਲ ਨਹੀਂ ਕੁਛ ਹੋਣਾ, ਅਮਲ ਕਰਕੇ ਵਿਖਾਉਣਾ ਪਊ ਤੁਹਾਨੂੰ। ਆਖੇ ਹੈ ਵੇਦ ਪਾਠ, ਆਖੇ ਹੈ ਪੜ੍ਹੇ ਕਰੇ ਵੇਖੇ। ਕਹਿੰਦੇ ਪੜ੍ਹਨ ਵਾਲੇ, ਪ੍ਰਚਾਰ ਕਰਨ ਵਾਲੇ ਵੀ ਉਦਾਂ ਦੇ ਹੀ ਆ, ਗੱਲਾਂ ਹੀ ਮਾਰਨ ਵਾਲੇ ਆ। And the ones who interpret those religious texts, they are the same as well. They are just ones to talk about that feeling. Who wants to give up what they have for the truth? ਕੌਣ ਹੈ ਜਿਹੜਾ ਜ਼ਿੰਦਗੀ, ਜਿਹੜਾ ਆਪਣਾ ਆਪ ਕੁਰਬਾਨ ਕਰਨ ਲਈ ਤਿਆਰ ਹੈ ਸੱਚ ਖਾਤਰ? ਕੋਈ ਵਿਰਲਾ ਹੀ ਹੁੰਦਾ ਜੀ, ਬਾਕੀ ਤਾਂ ਗੱਲਾਂ ਮਾਰਨ ਵਾਲੇ। ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਬੈਕੁੰਠ ਬਾਤਨ ਹੀ ਅਸਮਾਨ ਗਰਾਵੇ। ਕਹਿੰਦੇ ਬਾਕੀ ਤਾਂ ਗੱਲਾਂ ਮਾਰਨ ਵਾਲੇ ਆ। ਆਖੇ ਹੈ ਵੇਦ ਪਾਠ ਪੁਰਾਣ, ਆਖੇ ਹੈ ਪੜ੍ਹੇ ਕਰੇ ਵਿਖਿਆਨ, ਆਖੇ ਹੈ ਬ੍ਰਹਮੇ, ਆਖੇ ਇੰਦ। To justify their talk, they have constructed these gods and goddesses. ਆਪਣੀਆਂ ਗੱਲਾਂ ਨੂੰ ਇਦਾਂ ਲੋਕਾਂ ਦੇ ਵਿੱਚ ਕਹਿਣ ਵਾਸਤੇ ਨਾ ਇਹਨਾਂ ਦੇ ਦੇਵੀ ਦੇਵਤੇ ਵੀ ਘੜ ਲਏ, ਇਦਾਂ ਵੀ ਬਰਮਾ ਘੜ ਲਿਆ, ਇੰਦਰ ਘੜ ਲਿਆ, ਕਿਸੇ ਨੇ ਸ਼ਿਵ ਘੜ ਲਿਆ, ਕਿਸੇ ਨੇ ਕ੍ਰਿਸ਼ਨ ਦੀ ਕਹਾਣੀ ਜੋੜਤੀ। ਆਖੇ ਹੈ ਬ੍ਰਹਮੇ, ਆਖੇ ਹੈ ਇੰਦ, ਆਖੇ ਹੈ ਗੋਪੀ ਤੈ ਗੋਵੇ, ਆਖੇ ਹੈ ਈਸ਼ਰ, ਆਖੇ ਹੈ ਸਿੱਧ, ਆਖੇ ਹੈ ਕੇਤੇ ਕੀਤੇ ਬੁੱਧ। Guru Pasha is describing the landscape of that time. These gods and goddesses were talked about, but no one connected themselves with true wisdom. ਕਹਿੰਦੇ ਦੇਵੀ ਦੇਵਤਿਆਂ ਦੀਆਂ ਗੱਲਾਂ ਕਰੀ ਗਏ, ਅਖੌਤੀ ਰੱਬ ਦੀਆਂ ਗੱਲਾਂ ਕਰੀ ਗਏ, ਕਿਸੇ ਨੇ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਕਿਸੇ ਨੇ ਗੁਣ ਧਾਰਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਆਖੇ ਹੈ ਦਾਨਵ, ਆਖੇ ਹੈ ਦੇਵ, ਆਖੇ ਹੈ ਸੁਰ ਨਰ ਮੁਨ ਜਿਨਸ। ਕਹਿੰਦੇ ਨੇ ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕੇ ਉੱਠ ਉੱਠ ਜਾਹੇ। So many people come and go, they just talk about this feeling, they just talk about wanting to gain satisfaction. No one wants to really experience it. ਕਹਿੰਦੇ ਨੇ ਬਹੁਤ ਆਏ ਨੇ, ਬਹੁਤ ਗਏ ਨੇ, ਜਿਨ੍ਹਾਂ ਨੇ ਇਦਾਂ ਗੱਲਾਂ ਹੀ ਕੀਤੀਆਂ। ਕੋਈ ਜਾਣਾ ਇਦਾਂ ਮਹਿਸੂਸ ਕਰਨ ਲਈ ਤਿਆਰ ਨਹੀਂ, ਕੋਈ ਜਾਣਾ
ਮੁੱਲ ਦੇਣ ਲਈ ਤਿਆਰ ਨਹੀਂ। ਕੋਈ ਜਾਣਾ ਆਪਣਾ ਆਪ ਕੁਰਬਾਨ ਕਰਨ ਲਈ ਤਿਆਰ ਨਹੀਂ ਸੱਚ ਲਈ, ਬਾਕੀ ਤਾਂ ਸਾਰੇ ਗੱਲਾਂ ਹੀ ਮਾਰਦੇ ਜੀ। ਕਿਤੇ ਕਹਿ ਕੇ ਉੱਠ ਜਾਹੇ, ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ। ਹੁਣ ਪਾਸ਼ਾ ਆਪ ਦੀ ਗੱਲ ਕਰਦੇ ਨੇ, ਕਹਿੰਦੇ ਨੇ ਜੇ ਇਦਾਂ ਦਾ ਵਿਧਾਨ ਹੋਵੇ ਕੁਦਰਤ ਦੇ ਵਿੱਚ, ਹਾਈਪੋਥੈਟਿਕਲੀ ਪਾਸ਼ਾ ਸੇਇੰਗ ਇਵਨ ਇਫ ਯੂ ਡਬਲ ਦ ਪੋਪੂਲੇਸ਼ਨ ਆਫ ਹਿਊਮਨਸ, ਤਾਂ ਆਖ ਨਾ ਸਕੇ ਕਈ ਕਿ they will not be able to describe, they will not be able to put a limit onto that system of nature. ਕਹਿੰਦੇ ਨੇ ਜੇ ਇਦਾਂ ਦਾ ਵਿਧਾਨ ਵੀ ਹੋਵੇ ਕੁਦਰਤ ਦੇ ਵਿੱਚ ਵੀ ਹੋਰ ਇਨਸਾਨ ਪੈਦਾ ਹੋਣ, ਡਬਲ ਇਨਸਾਨ ਪੈਦਾ ਹੋਣ, ਕਹਿੰਦੇ ਨੇ ਫਿਰ ਵੀ ਤੁਸੀਂ ਅੰਤ ਨਹੀਂ ਪਾ ਸਕਦੇ ਉਹਦਾ। ਤੁਸੀਂ ਉਹਨੂੰ ਮਹਿਸੂਸ ਕਰ ਸਕਦੇ ਹੋ, ਤੁਸੀਂ ਉਹਨੂੰ ਸਮਝ ਸਕਦੇ ਹੋ। ਜੇਵੜ ਭਾਵੈ ਤੇਵੜ ਹੋਏ, ਆਹ ਗੱਲ ਸਮਝਣੀ ਹੈ। ਨਾਨਕ ਜਾਣਿਆ ਸੱਚਾ ਸੋਏ, ਕਿ ਹਰੇਕ ਸਵਾਲ ਦਾ ਜਵਾਬ ਉਹਨਾਂ ਨਿਯਮਾਂ ਦੇ ਵਿੱਚ ਹੈ। ਸਮਝਣ ਦੀ ਲੋੜ ਹੈ ਤੁਹਾਨੂੰ। Each and every answer to all your questions is within that understanding of nature. We have just been blinded. That answer was in front of us the whole time. We have just been blinded by our pujari structure, by rituals, by false stories, by miraculous stories about God. What Guru Pasha did was he uplifted that cover that was on our eyes and he said, look at the world. Try to understand the system of nature. ਉਹ ਜਵਾਬ ਕਿਤੇ ਨਹੀਂ ਗਿਆ, ਉਹ ਸਾਡੀਆਂ ਅੱਖਾਂ ਦੇ ਸਾਹਮਣੇ ਸੀ। ਬਸ ਪੁਜਾਰੀ ਨੇ ਪੱਟੀ ਬੰਨੀ ਸੀ ਸਾਡੀਆਂ ਅੱਖਾਂ ਦੇ ਉੱਤੇ, ਕਰਮਕਾਂਡਾ ਰੂਪੀ ਪੱਟੀ, ਰੱਬ ਰੂਪੀ ਪੱਟੀ ਬੰਨੀ ਸੀ। ਪਾਤਸ਼ਾਹ ਨੇ ਉਹ ਪੱਟੀ ਖੋਲੀ, ਉਹਨੇ ਕਿਹਾ ਵੇਖ ਯਾਰ, ਕੁਦਰਤ ਵੱਲ ਵੇਖ, ਨਿਯਮਾਂ ਨੂੰ ਸਮਝ, ਗੁਣਾਂ ਨੂੰ ਧਾਰਨ ਕਰ। ਤੇ ਫਿਰ ਕਹਿੰਦਾ ਵੀ ਜੇ ਕੋ ਆਖੇ ਬੋਲ ਵਿਗਾੜ। If someone tries to put a limit onto God, ਤਾਂ ਲਿਖੀਏ ਸਿਰ ਗਵਾਰਾਂ ਗਵਾਰ, he is a fool of fools. ਕਹਿੰਦੇ ਨੇ ਜੇ ਕੋਈ ਜਾਣਾ ਅੰਤ ਪਾਉਣ ਦੀ ਕੋਸ਼ਿਸ਼ ਕਰੇ ਹੈ ਨਾ, ਮੈਂ ਰੱਬ ਦਾ ਅੰਤ ਪਾ ਲਿਆ ਜੀ, ਕਹਿੰਦੇ ਨੇ ਉਹ ਮੂਰਖਾਂ ਸਿਰ ਮੂਰਖ ਹੈ। ਫਿਰ if a river says I have put a limit to the ocean, what will we say? We will say that river is lost. But if that river says I am a part of that ocean, what will we say? That yeah, you are a part of that ocean now. Try to understand your responsibilities. Flow the way the ocean flows. ਜੇ ਕੋਈ ਨਦੀ ਇਹ ਕਹੇ ਨਾ ਮੈਂ ਸਮੁੰਦਰ ਦਾ ਅੰਤ ਪਾ ਲਿਆ, ਅਸੀਂ ਕਹਾਂਗੇ ਕਿ ਨਹੀਂ ਤੂੰ ਕਮਲੀ ਆ, ਤੂੰ ਭਟਕ ਰਹੀ ਹਾਂ। ਪਰ ਜੇ ਕੋਈ ਨਦੀ ਇਹ ਕਹੇ ਹੈ ਨਾ ਮੈਂ ਸਮੁੰਦਰ ਦਾ ਪਾਰਟ ਹਾਂ, ਮੈਂ ਸਮੁੰਦਰ ਦਾ ਹਿੱਸਾ ਹਾਂ, ਮੈਂ ਸਮੁੰਦਰ ਦਾ ਰੂਪ ਹਾਂ, ਫਿਰ ਅਸੀਂ ਕਹਾਂਗੇ ਵੀ ਹਾਂ, ਜਿੱਦਾਂ ਨਦੀ ਸਮੁੰਦਰ ਦਾ ਰੂਪ ਹੈ, ਇਸੇ ਤਰ੍ਹਾਂ ਅਸੀਂ ਵੀ ਉਹ ਰੱਬ ਦਾ ਰੂਪ ਹਾਂ, ਜਿਹਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਫਿਰ ਅਸੀਂ ਤਾਂ ਮਾਣ ਨਾਲ ਕਹਾਂਗੇ ਦਿਨ ਵੀ ਉਸੇ ਵੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਗਿਆਨ ਹਾਸਲ ਕਰਕੇ gain wisdom, ਰੰਗ ਮਾਣ and enjoy the satisfaction of living life on your own terms. So ਆਓ ਇਸ ਕਰਕੇ ਗੁਰਬਾਣੀ ਪੜ੍ਹੀਏ, ਵਿਚਾਰੀਏ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਤਾਂ ਕਿ ਅਸੀਂ ਆਜ਼ਾਦੀ ਨਾਲ ਆਪਣੇ ਫੈਸਲੇ ਆਪ ਲੈ ਸਕੀਏ। Let us read ਗੁਰਬਾਣੀ, let us understand ਗੁਰਬਾਣੀ, let us bring ਗੁਰਬਾਣੀ into our daily life so that we may live a life full of confidence, a life full of freedom, like our Guru Pasha, like our forefathers did before us. ਆਓ ਗੁਰਬਾਣੀ ਰਾਹੀਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅੱਜ ਦੀ ਡੇਟ ਦੇ ਵਿੱਚ ਮੇਰੀਆਂ ਜ਼ਿੰਮੇਵਾਰੀਆਂ ਕੀ ਹਨ, ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ ਜਿਵੇਂ ਕਿ ਸਾਡਿਆਂ ਪਾਤਸ਼ਾਹਾਂ ਨੇ 500 ਸਾਲ ਪਹਿਲਾਂ ਸਮਾਜ ਨੂੰ, ਦੁਨੀਆ ਨੂੰ ਨਿਭਾ ਕੇ ਵਿਖਾਈਆਂ। ਅੱਜ ਲਈ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।